ਐਲਐਲਬੀ ਕਰਕੇ ਕਦੇ ਮਨ ਨੂੰ ਹੁੰਦਾ ਨਹੀਂ ਕਿ ਮੈਂ ਐਲਐਲਬੀ ਕਰਕੇ ਤੇ ਅੱਜ ਕੀ ਬਰਤਨ ਸਾਫ਼ ਕਰਦਾ ਜਾਂ फास्ट फूड का काम करदा? पहले शुरू में मुझे झिझक ज़रूर हुई थी, लेकिन जब मैंने सोचा कि अगर अपने मेहनत से कुछ किया जाए तो क्यों ना सफलता हासिल की जा सकती है। इस तरह से फिर मैं इस फूड लाइन में आ गया। मैंने इससे पहले होटल मैनेजमेंट भी किया था, तो मुझे उसका ज़्यादा फ़ायदा मिला और उस तरह से मैं फिर काम करने लगा और आज आप देख ही रहे हैं। एजुकेशन ज़रूरी है। एजुकेशन ऐसा ना सोचे कि पढ़ लिख के अगर छोटा ही काम करना है तो क्यों पढ़े, ऐसा कुछ है ही नहीं। पढ़ना लिखना ज़रूरी है और साथ ही साथ आप जो काम कर रहे हो आपकी जिसमें रुचि है उसको प्रोफेशन बनाइए। मेरा रुचि फूड से था, वैसे मैंने एलएलबी ज़रूर किया। मेरे फादर साहब का ये सोच था कि शायद ये वकालत करें, लेकिन मेरी रुचि फूड पे थी और मैं फूड लाइन को मैंने चूज़ किया। अभी तो मैं इस पंजाब स्टेट में नया हूँ। यहाँ पर मैं करीब पर डे के हिसाब से 15 से 20 हज़ार के बीच में सेल कर पा रहा हूँ। गुजारा हो जाता चंगा, फिर बहुत अच्छी तरह गुजारा होता है। साथ ही लोगों को मैं मोटिवेट शायद कर पाऊँ अपने लेवल से कि कहीं ऐसा नहीं कि लोग ये सोचे कि भाई पढ़ लिख के विदेशी जाना है, पढ़ लिख के नौकरी ही करनी है, ऐसा कुछ ज़रूरी नहीं है। आपका प्रोफेशन जिस चीज़ को चूज़ करोगे वो आपकी प्रोफेशन बन जाती है। घर के पक्षों गल करिए, परिवार च फादर साहब या मदर कोई जॉब करता सी? नहीं, सारे मेरे मदर फादर किसान थे और हम लोग अच्छे राजपूत फैमिली से थे, तो वो लोग किसानी करते थे। लेकिन हम कोई मेरे खानदान में जॉब से नहीं है, लेकिन मेरे बड़े भाई साहब बीएसएनएल में जॉब में थे, वो रिटायर कर गए हैं। मेरी सिस्टर भी गवर्नमेंट जॉब में है, सारे गवर्नमेंट जॉब में थे, लेकिन मैंने जॉब को नहीं चूज़ किया। पढ़े कितना, क्वालिफिकेशन कितनी, तोहाडी कितनी है? मेरी बीबीए बिजनेस मैनेजमेंट प्लस मैंने केमिकल की भी पढ़ाई की है। मैंने साबुन बनाना, हैंड वॉश का कंपोजिशन बनाना, बहुत सारा सैनिटाइज़र हो गया, बहुत सारा केमिकल का कंपोजिशन बना करके कंपनीज में देना, ऐसा करना, वो सब मैंने सीखा है। जिस तरह ਹੁਣ ਤੁਸੀਂ ਇੱਥੇ ਗ੍ਰਾਹਕ ਆਉਂਦੇ ਨੇ, ਇੱਥੇ ਬੈਠਦੇ ਨੇ, ਖਾਂਦੇ ਨੇ ਬੜੇ ਸਵਾਦ ਨਾਲ, ਉਹਨਾਂ ਨੂੰ ਨਹੀਂ ਪਤਾ ਕਿ ਭੈਣ ਨੇ ਬੀਬੀਏ ਕੀਤੀ ਹੈ, ਕੈਮੀਕਲ ਕੀਤੀ ਹੈ, ਉਹਨੇ ਦੀਪਕ ਨੇ ਲਾ ਕੀਤੀ ਹੈ, ਪਰ ਉਹਨਾਂ ਦੇ ਜਦੋਂ ਝੂਠੇ ਬਰਤਨ ਸਾਫ਼ ਕਰਨੇ ਪੈਂਦੇ ਉਦੋਂ ਮਨ ਨੂੰ ਕੁਝ ਹੁੰਦਾ नहीं, ऐसा तो कुछ नहीं होता, लगता नहीं है। हमने सर्व करना है, उन्होंने खाना है, यही हमारा वर्क ही है। काम तो छोटा बड़ा होता नहीं, तो ऐसा लगता नहीं। ਇੱਕ ਐਸੇ ਜੋੜੇ ਦੇ ਨਾਲ ਆਪਣੇ ਦਰਸ਼ਕਾਂ ਨੂੰ ਮਿਲਾਵਾਂਗੇ ਕਿ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸੰਘਰਸ਼ ਕੀਤਾ ਵਾ। ਸੋ ਪੰਜਾਬ ਸਟੇਟ ਤੋਂ ਨਹੀਂ, ਕਿਸੇ ਹੋਰ ਸਟੇਟ ਦੇ ਨੇ। ਗੱਲਬਾਤ ਜ਼ਰੂਰ ਕਰਾਂਗੇ, ਗੱਲਬਾਤ ਦੇ ਦੌਰਾਨ ਪੁੱਛਾਂਗੇ ਵੀ ਕਿ ਕਿਸ ਸਟੇਟ ਦੇ ਨੇ। ਸੋ ਪਰ ਉਹਨਾਂ ਦੇ ਵਿੱਚ ਇੰਨਾ ਕੁ ਜਨੂਨ ਹੈ ਕਿ ਆਪਣੇ ਕੰਮ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਟੈਂਡ ਕੀਤਾ ਵਾ। ਸੋ ਜੇ ਉਹਨਾਂ ਦੀ ਕੁਆਲੀਫਿਕੇਸ਼ਨ ਪੱਖੋਂ ਜਾਈਏ ਤਾਂ ਇੱਕ ਲਾਅ ਦਾ ਸਟੂਡੈਂਟ ਹੈ, ਐਲਐਲਬੀ ਕੀਤੀ ਹੈ, ਪਰ ਐਲਐਲਬੀ ਕਰਨ ਤੋਂ ਬਾਅਦ ਅੱਜ ਫਾਸਟ ਫੂਡ ਦਾ ਕੰਮ ਕਰ ਰਿਹਾ। ਉਸ ਦੀ ਵਾਈਫ ਆ ਜਿਸ ਨੇ ਬੀਬੀਏ ਕੀਤੀ ਹੈ, ਨਾਲ ਕੈਮੀਕਲ ਦਾ ਡਿਪਲੋਮਾ ਕੀਤਾ ਵਾ, ਤਾਂ ਉਹ ਬਰਤਨ ਸਾਫ਼ ਕਰਦੀ ਹੈ ਉਹਨਾਂ ਗ੍ਰਾਹਕਾਂ ਦੇ ਜਿਹੜੇ ਗ੍ਰਾਹਕ ਉਹਨਾਂ ਦੀ ਦੁਕਾਨ ਤੇ ਆਉਂਦੇ ਨੇ। ਸੋ ਲਗਾਤਾਰ ਇਸੇ ਤਰ੍ਹਾਂ ਉਹਨਾਂ ਵੱਲੋਂ ਆਪਣਾ ਕਾਰੋਬਾਰ ਕੀਤਾ ਜਾ ਰਿਹਾ ਵਾ, ਕਦੇ ਕਿਸੇ ਸ਼ਹਿਰ 'ਚ ਤੇ ਕਦੇ ਕਿਸੇ ਸ਼ਹਿਰ 'ਚ। ਸੋ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਸਿਨੇਮਾ ਰੋਡ ਦੇ ਵਿੱਚ ਬਾਜ਼ਾਰ 'ਚ ਉਹਨਾਂ ਨੇ ਇੱਕ ਦੁਕਾਨ ਰੈਂਟ ਤੇ ਲਈ ਆ ਤੇ ਉੱਥੇ ਆਪਣਾ ਦੋਨੇ ਜਿਹੜੇ ਜੋੜਾ ਵਾ ਉਹ ਆਪਣਾ ਕਾਰੋਬਾਰ ਕਰ ਰਹੇ ਨੇ ਫਾਸਟ ਫੂਡ ਦਾ। ਸੋ ਗੱਲਬਾਤ ਵੀ ਜ਼ਰੂਰ ਕਰਾਂਗੇ, ਪਰ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਦੱਸ ਦਈਏ ਕਿ ਅਸੀਂ ਕਿਸੇ ਦੁਕਾਨ ਦੀ ਐਡ ਨਹੀਂ ਕਰਦੇ ਪਏ ਜਾਂ ਅਸੀਂ ਉਹਨਾਂ ਦੀ ਮਸ਼ਹੂਰੀ ਨਹੀਂ ਕਰਨਾ ਹੈ ਦੁਕਾਨ ਦੀ। ਸਿਰਫ ਤਾਂ ਸਿਰਫ ਆਪਣੇ ਦਰਸ਼ਕਾਂ ਨੂੰ, ਉਹਨਾਂ ਲੋਕਾਂ ਨੂੰ, ਉਹਨਾਂ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਅੱਜ ਪੜ੍ਹ ਕੇ ਲਿਖ ਕੇ ਬਾਹਰ ਦਾ ਰੁਖ ਕਰਦੇ ਨੇ, ਵਿਦੇਸ਼ ਦੀ ਧਰਤੀ ਵੱਲ ਜਾਂਦੇ ਨੇ, ਤਾਂ ਜੋ ਕੋਈ ਫਿਊਚਰ ਦੇ ਵਿੱਚ ਬਣ ਸਕਣ, ਇੱਕ ਕਾਮਯਾਬੀ ਹਾਸਲ ਕਰ ਸਕਣ। ਪਰ ਇਹ ਉਹ ਲੋਕ ਨੇ ਕਿ ਜਿਹੜੇ ਪੜ੍ਹ ਕੇ ਅੱਜ ਬਾਹਰ ਨਹੀਂ ਗਏ, ਆਪਣੇ ਇੰਡੀਆ ਦੇ ਵਿੱਚ ਰਹਿ ਕੇ ਹੀ ਆਪਣਾ ਕੋਈ ਇਹੋ ਜਿਹਾ ਕਾਰੋਬਾਰ ਕਰਦੇ ਪਏ ਨੇ ਕਿ ਜਿਹਦੇ ਨਾਲ ਆਪਣੇ ਪਰਿਵਾਰ ਨੂੰ ਚਲਾ ਸਕਣ, ਆਪਣੇ ਬੱਚਿਆਂ ਨੂੰ ਪਾਲ ਸਕਣ ਅਤੇ ਨਾਲ ਦੀ ਨਾਲ ਆਪਣੇ ਘਰ ਦਾ ਗੁਜ਼ਾਰਾ ਇੱਕ ਚੰਗੇ ਢੰਗ ਨਾਲ ਕਰ ਸਕਣ। ਸੋ ਹਿੰਮਤ ਨਹੀਂ ਹਾਰੀ, ਪੜ੍ਹ ਲਿਖ ਕੇ ਵੀ ਅੱਜ ਕੋਈ ਤਾਂ ਬਰਤਨ ਸਾਫ਼ ਕਰਦਾ ਪਿਆ ਤੇ ਕੋਈ ਪਿਆਜ਼ ਕੱਟਦਾ ਪਿਆ। ਸੋ ਗੱਲਬਾਤ ਜ਼ਰੂਰ ਭਾਈ ਸਾਹਿਬ ਨਾਲ ਕਰਾਂਗੇ। ਭਾਈ ਸਾਹਿਬ ਇੱਧਰ ਆ ਜਾਓ, ਥੋੜ੍ਹਾ ਜਿਹਾ ਪਿਆਜ਼ ਛੱਡ ਦਿਓ ਥੋੜ੍ਹਾ ਜਿਹਾ। ਨਾਮ ਦੱਸ ਦਿਓ ਕੀ ਹੈ? दीपक सिंह। ਦੀਪਕ ਕਿਹੜੀ ਸਟੇਟ ਤੋਂ? मैं झारखंड से। झारखंड दे हो। क्वालिफिकेशन कहते वीर दी बड़ी? मैं BA LLB।
ਐਲਐਲਬੀ ਕਰਕੇ ਕਦੇ ਮਨ ਨੂੰ ਹੁੰਦਾ ਨਹੀਂ ਕਿ ਮੈਂ ਐਲਐਲਬੀ ਕਰਕੇ ਤੇ ਅੱਜ ਕੀ ਬਰਤਨ ਸਾਫ਼ ਕਰਦਾ ਜਾਂ ਫਾਸਟ ਫੂਡ ਦਾ ਕੰਮ ਕਰਦਾ? पहले शुरू में मुझे झिझक ज़रूर हुई थी, लेकिन जब मैंने सोचा कि अगर अपने मेहनत से कुछ किया जाए तो क्यों ना सफलता हासिल की जा सकती है। इस तरह से फिर मैं इस फूड लाइन में आ गया। मैंने इससे पहले होटल मैनेजमेंट भी किया था, तो मुझे उसका ज़्यादा फ़ायदा मिला और उस तरह से मैं फिर काम करने लगा। और आज आप देख ही रहे हैं, एक अच्छा खासा नाम हमने बना लिया है शहर में और अच्छे फूड की क्वालिटी हम सर्व कर रहे हैं लोगों को, ताकि हेल्दी फूड दें, क्योंकि हम लोग खुद क्वालिफाइड हैं तो हम नहीं चाहते कि किसी को बीमार करें, हम हेल्दी फूड सर्व करते हैं। ਬਿਲਕੁਲ ਦੀਪਕ, ਪਤਾ ਲੱਗਾ ਸੀ ਕਹਿੰਦੇ ਸੀ ਕਿ ਵੀਰ ਚਾਂਪ ਬਹੁਤ ਸਵਾਦ ਬਣਾਉਂਦਾ ਜਾਂ ਫਾਸਟ ਫੂਡ ਦਾ ਮਟੀਰੀਅਲ ਬਹੁਤ ਸਵਾਦਿਸ਼ਟ ਮਿਲਦਾ ਉਹਦੇ ਕੋਲ। ਸੋ ਅਸੀਂ ਵੀ ਸੋਚਿਆ ਕਿ ਜ਼ਰੂਰ ਉਹ ਵੀਰ ਕੋ ਜਾਵਾਂਗੇ ਤੇ ਅਸੀਂ ਗੱਲਬਾਤ ਕਰਾਂਗੇ, ਪਰ ਇੱਥੇ ਆਣ ਕੇ ਪਤਾ ਲੱਗਦਾ ਕਿ ਤੁਸੀਂ ਪੜ੍ਹੇ ਹੀ ਬੜੇ। जी हाँ जी, मैं सबको ये बताना चाहता हूँ कि एजुकेशन ज़रूरी है। एजुकेशन ऐसा ना सोचे कि पढ़ लिख के अगर छोटा ही काम करना है तो क्यों पढ़े, ऐसा कुछ है ही नहीं। पढ़ना लिखना ज़रूरी है और साथ ही साथ आप जो काम कर रहे हो आपकी जिसमें रुचि है उसको प्रोफेशन बनाइए। मेरा रुचि फूड से था, वैसे मैंने एलएलबी ज़रूर किया। मेरे फादर साहब का ये सोच था कि शायद ये वकालत करें, लेकिन मेरी रुचि फूड पे थी और मैं फूड लाइन को मैंने चूज़ किया। ਬਿਲਕੁਲ ਦੀਪਕ, ਵਕਾਲਤ ਇੱਕ ਬੜੀ ਵੱਡਾ ਸਟੇਟਸ ਸੀ, ਬੜਾ ਇੱਕ ਵੱਡਾ ਨਾਮ ਸੀ। ਪਤਾ ਲੱਗਣਾ ਸੀ ਕਿ ਵਕੀਲ ਸਾਹਿਬ ਆ ਗਏ ਨੇ ਜਦੋਂ ਕਾਲਾ ਕੋਟ ਪਾ ਕੇ ਕੋਰਟ ਚੋਂ ਨਿਕਲਣਾ ਸੀ। ਪਰ ਅੱਜ ਇੱਥੇ ਪਿਆਜ਼ ਕੱਟਦੇ ਪਏ ਹੋ, ਉਹਨਾਂ ਲੋਕਾਂ ਨੂੰ ਜਾਂ ਉਹ ਗ੍ਰਾਹਕਾਂ ਨੂੰ ਵੀ ਨਹੀਂ ਪਤਾ ਹੋਣਾ ਜਿਹੜੇ ਆਣ ਕੇ ਅਕਸਰ ਇੱਥੇ ਸਵਾਦ ਨਾਲ ਬੈਠ ਕੇ ਚੀਜ਼ਾਂ ਖਾਂਦੇ ਨੇ ਤੁਹਾਡੀਆਂ, ਉਹਨਾਂ ਨੂੰ ਨਹੀਂ ਪਤਾ ਹੋਏਗਾ कि वीर ने ला की थी। जी हाँ, लोगों को तो अपने खाने से मतलब होता है। ज़्यादा आज किसी के पास इतना समय नहीं है कि हर किसी के वक्त किसी लोगों से जानकारी लेते रहें, लेकिन हमारा जो ध्येय ये था कि लोगों को अच्छा फूड सर्विस करें। ज़रूर मैं चाहता था कि मेरे फादर साहब ज़रूर चाहते थे कि मैं एक बड़ा वकील बनूं, लेकिन मैंने भी ऐसा नहीं किया कि मैंने कंजूसी नहीं की पढ़ाई में। मैंने अच्छे मार्क्स के साथ मैंने ग्रेजुएशन किया, मैंने नेपाल से वकालत किया। लेकिन उसके बाद फिर मुझे लगा कि नहीं, एक जो मन में सोच था कि नहीं, कहीं पर एक खटक से थी कि फूड लाइन में जाए। फिर मैं इस फूड लाइन को मैंने चूज़ किया और आज मैं सर्व कर रहा हूँ और मुझे खुशी है कि मैं लोगों को अच्छा हेल्दी फूड दे रहा हूँ और साथ ही साथ उसका पढ़ाई का मुझे बहुत बेनिफिट मिला है। ਸੋ ਬਿਲਕੁਲ, ਕਿੰਨੇ ਕੁ ਪੈਸੇ ਇਸ ਬਿਜ਼ਨਸ ਤੋਂ, ਇਸ ਕੰਮ ਤੋਂ ਬਣ ਜਾਂਦੇ, ਇਸ ਦੁਕਾਨਦਾਰੀ ਤੋਂ ਬਣ ਜਾਂਦੇ ਤੁਹਾਡੇ? जी प्रोफेशन की बात है, अभी तो मैं इस पंजाब स्टेट में नया हूँ। यहाँ पर मैं करीब पर डे के हिसाब से 15 से 20 हज़ार के बीच में सेल कर पा रहा हूँ। ਬਿਲਕੁਲ, ਗੁਜ਼ਾਰਾ ਹੋ ਜਾਂਦਾ ਚੰਗਾ ਫਿਰ? बहुत अच्छी तरह गुजारा होता है। साथ ही लोगों को मैं मोटिवेट शायद कर पाऊँ अपने लेवल से, कि कहीं ऐसा नहीं कि लोग ये सोचे कि भाई पढ़ लिख के विदेशी जाना है, पढ़ लिख के नौकरी ही करनी है, ऐसा कुछ ज़रूरी नहीं है। आपका प्रोफेशन जिस चीज़ को चूज़ करोगे वो आपकी प्रोफेशन बन जाती है। तो ये मैं चाहता हूँ, लोगों को मैसेज देना चाहता हूँ कि लोग अपने मन की सुने और अपने मन की करें, क्योंकि ज़रूरी नहीं है कि पढ़ लिख के ही हर कोई पढ़ने लगेगा तो फिर ये काम कौन करेगा। ਦੀਪਕ, ਘਰ ਦੇ ਪੱਖੋਂ ਗੱਲ ਕਰੀਏ, ਪਰਿਵਾਰ 'ਚ ਫਾਦਰ ਸਾਹਿਬ ਜਾਂ ਮਦਰ ਕੋਈ ਜੌਬ ਕਰਦਾ ਸੀ? नहीं, सारे मेरे मदर फादर किसान थे और हम लोग अच्छे राजपूत फैमिली से थे, तो वो लोग किसानी करते थे। लेकिन हम कोई मेरे खानदान में जॉब से नहीं है, लेकिन मेरे बड़े भाई साहब BSNL में जॉब में थे, वो रिटायर कर गए हैं। मेरी सिस्टर भी गवर्नमेंट जॉब में है, सारे गवर्नमेंट जॉब में थे, लेकिन मैंने जॉब को नहीं चूज़ किया। ਜਿਸ ਤਰ੍ਹਾਂ ਹੁਣ ਵਾਈਫ ਆ ਨਾਲ, ਉਹ ਵੀ ਕੰਮ ਕਰਦੇ ਨੇ, ਬਰਤਨ ਸਾਫ਼ ਕਰਦੇ ਨੇ, ਉਹ ਵੀ ਪੜ੍ਹੇ ਨੇ ਚੰਗੇ, BBA ਕੀਤੀ ਹੈ, ਨਾਲ ਕੈਮੀਕਲ ਦਾ ਡਿਪਲੋਮਾ ਵੀ ਕੀਤਾ ਵਾ ਸ਼ਾਇਦ, ਤੇ ਉਹਨਾਂ ਦੇ ਮਨ 'ਚ ਉਹਨਾਂ ਨੂੰ ਕਿੱਦਾਂ ਇੱਧਰਲੇ ਪਾਸੇ ਨਾਲ ਆਪਣੇ ਤੁਸੀਂ ਜੋੜਿਆ? उन्होंने ये सोचा कि शायद मैं अपने पति का साथ दूं। जिस प्रोफेशन को पति ने चूज़ किया मैं उसको साथ दे के आगे बढ़ाऊँ, इसलिए उन्होंने अपने केमिकल डिग्री लेने के बाद भी उन्हें मेरे साथ काम कर रही हैं। ਬਿਲਕੁਲ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਉਸ ਭੈਣ ਦੇ ਨਾਲ ਵੀ ਮਿਲਾਵਾਂਗੇ ਜਿਸ ਭੈਣ ਨੇ ਆਪਣੇ ਪਤੀ ਦਾ ਵੀ ਸਾਥ ਦਿੱਤਾ ਨਾਲ ਦੀ ਨਾਲ, ਕਿ ਮੈਂ ਸ਼ਾਇਦ ਉਸ ਦਾ ਸਾਥ ਦੇਵਾਂ ਤੇ ਅਸੀਂ ਹੋਰ ਇੱਕ ਕਾਮਯਾਬੀ ਜਾਂ ਇੱਕ ਚੰਗੀਆਂ ਇਨਕਮ ਤੱਕ ਪਹੁੰਚ ਸਕੀਏ। ਸੋ ਭੈਣ ਇੱਧਰ ਆ ਜਾਓ, ਥੋੜਾ ਗੱਲਬਾਤ ਕਰ ਲਈਏ। ਕੀ ਨਾਮ ਕੀ ਤੁਹਾਡਾ? ਨਾਮ? शाइस्ता सिंह। ਅੱਛਾ ਭੈਣ, ਮਨ 'ਚ ਕਿੱਦਾਂ ਆਇਆ ਕਿ ਮੈਂ ਪਤੀ ਦੇ ਨਾਲ ਜੁੜ ਕੇ ਤੇ ਆਪਣੇ ਕੰਮ ਨੂੰ ਵਧਾਉਣਾ? सर, ऐसा हमारे पास तो स्टाफ की कमी थी, तो काम तो हो नहीं पाता, इसलिए हमने भी सोचा भाई साथ दे देते हैं, साथ मिल के कर लेते हैं काम। हाँ सर। ਪੜ੍ਹੇ ਕਿੰਨਾ, ਕੁਆਲੀਫਿਕੇਸ਼ਨ ਕਿੰਨੀ ਤੁਹਾਡੀ ਕਿੰਨੀ ਹੈ? मेरी BBA बिजनेस मैनेजमेंट प्लस मैंने केमिकल की भी पढ़ाई की है। मैंने साबुन बनाना, हैंड वॉश का कंपोजिशन बनाना, बहुत सारा सैनिटाइज़र हो गया, बहुत सारा
बहुत सारा केमिकल का कंपोजिशन बना करके कंपनीज में देना, ऐसा करना, वो सब मैंने सीखा है। ਬਿਲਕੁਲ ਇੰਨਾ ਕੁ ਸਿੱਖਣ ਤੋਂ ਬਾਅਦ ਕਦੇ ਸੋਚਿਆ ਨਹੀਂ ਕਿ ਮੈਂ ਆਪਣਾ ਪ੍ਰੋਫੈਸ਼ਨ ਜੋ ਵੀ ਆਪਣੀ ਪੜ੍ਹਾਈ ਕੀਤੀ ਹੈ ਉਧਰਲੇ ਪਾਸੇ ਤੋਰਾਂ, ਉਹਦੇ ਕੈਮੀਕਲ ਦਾ ਜਾਂ ਸਾਬਣ ਬਣਾਉਣਾ ਜਾਂ ਕੁਝ ਵੀ ਬਣਾਉਣਾ, ਕਿਸੇ ਵੀ ਪ੍ਰਾਈਵੇਟ ਕੰਪਨੀ 'ਚ ਜੌਬ ਕਰਦੇ ਤੇ ਇੱਕ ਚੰਗੀ ਇਨਕਮ ਮਿਲ ਜਾਣੀ ਸੀ? मैंने सोचा नहीं जॉब के लिए कभी। मैंने सोचा था खुद का बिजनेस करूं, वही उसी लाइन में जाऊं, लेकिन फिर इधर कोई नहीं था साथ देने के लिए, तो मैंने फिर इधर ही मन बना लिया कि चलो इधर पे ही वर्क कर लेते हैं साथ। ਪਰਿਵਾਰ ਦੀ ਗੱਲ ਕਰੀਏ, ਪਰਿਵਾਰ 'ਚ ਤੁਸੀਂ ਹੋ, ਬੱਚੇ ਕਿੰਨੇ ਆ ਤੁਹਾਡੇ ਨਾਲ, ਹੋਰ ਕੌਣ? एक ही बेटा है, वो 2.5 साल का है। ਅੱਛਾ, ਫਿਰ ਉਹਦੀ ਪਰਵਰਿਸ਼ ਕਿੱਦਾਂ ਕਰਦੇ ਹੋ? ਘਰ ਕਿਹਦੇ ਕੋਲ ਬੈਠਾ ਜਾਂ ਕਿਸ ਤਰ੍ਹਾਂ? नहीं, वो भी यहीं पे होता है, उसकी ट्यूशन लगी पड़ी है। हम अभी बोलता नहीं है, ठीक से बोलने नहीं आता है उसको, इसलिए वो ट्यूशन जाता है। स्कूल के लिए अभी ट्राई कर रहे हैं, फिर एडमिशन होने के बाद स्कूल जाएगा। ਦਿੱਕਤ ਨਹੀਂ ਵੈਸੇ, ਮਿਹਨਤ ਬੜੀ ਹੈ, ਸੰਘਰਸ਼ ਬੜਾ, ਕਿਉਂਕਿ ਇਹ ਇੱਥੇ ਕੰਮ ਕਰਨਾ ਦੁਕਾਨ ਤੇ, ਉਸ ਤੋਂ ਬਾਅਦ ਘਰ ਜਾ ਕੇ ਬੱਚੇ ਨੂੰ ਵੀ ਸਾਂਭਣਾ। तो है, होता ही है, थोड़ा सा अभी टाइम लगेगा, बच्चे बड़े होने के बाद तो फिर ठीक ही हो जाएगा सारा कुछ। ਮਿਹਨਤ ਮਿਹਨਤ ਆ। चाहिए ना, हाँ, स्टाफ आ जाने के बाद हमारा मेहनत तो थोड़ा कम हो जाएगा ना। ਭੈਣ ਇੱਕ ਚੀਜ਼ ਦੱਸੋ, ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਗ੍ਰਾਹਕ ਆਉਂਦੇ ਨੇ, ਇੱਥੇ ਬੈਠਦੇ ਨੇ, ਖਾਂਦੇ ਨੇ ਬੜੇ ਸਵਾਦ ਨਾਲ, ਉਹਨਾਂ ਨੂੰ ਨਹੀਂ ਪਤਾ ਕਿ ਭੈਣ ਨੇ BBA ਕੀਤੀ ਹੈ, ਕੈਮੀਕਲ ਕੀਤੀ ਹੈ, ਉਹਨੇ ਦੀਪਕ ਨੇ ਲਾਅ ਕੀਤੀ ਹੈ, ਪਰ ਉਹਨਾਂ ਦੇ ਜਦੋਂ ਜੂਠੇ ਬਰਤਨ ਸਾਫ਼ ਕਰਨੇ ਪੈਂਦੇ ਉਦੋਂ ਮਨ ਨੂੰ ਕੁਝ ਹੁੰਦਾ ਨਹੀਂ? नहीं, ऐसा तो कुछ नहीं होता, लगता नहीं है। हमने सर्व करना है, उन्होंने खाना है, यही हमारा वर्क ही है। ਨਹੀਂ, ਕਦੇ ਹੁੰਦਾ ਨਹੀਂ ਮਨ ਨੂੰ ਕਿ ਅਸੀਂ ਇੰਨਾ ਪੜ੍ਹ ਕੇ ਤੇ ਅੱਜ ਕੀ ਬਰਤਨ ਸਾਫ਼ ਕਰਦੇ ਪਏ ਹਾਂ? काम तो छोटा बड़ा होता नहीं है, तो ऐसा लगता नहीं। ਸੋ ਬਿਲਕੁਲ, ਉਹ ਨੌਜਵਾਨਾਂ ਨੂੰ ਕੀ ਸੇਧ ਦਿੰਦੇ ਹੋ ਜਿਹੜੇ ਨੌਜਵਾਨ ਅਕਸਰ ਪੜ੍ਹ ਲਿਖ ਕੇ ਵੀ ਅੱਜ ਸਮਾਂ ਘਰ ਆਪਣਾ ਇਦਾਂ ਹੀ ਵੇਸਟ ਕਰਦੇ ਨੇ? अब सबकी अपनी अपनी सोच है, कुछ कोई कुछ सोचते हैं, कोई कुछ सोचते हैं, इसलिए इस पे तो इस टॉपिक पे बोला ही नहीं जा सकता कुछ भी। ਤੁਹਾਡੇ ਵੱਲ ਦੇਖੋ ਨਾ, ਤੁਸੀਂ ਦੋਨੇ ਹੁਣ ਕੰਮ ਕਰਦੇ ਪਏ, ਮਿਹਨਤ ਕਰਦੇ ਪਏ, ਇੰਨਾ ਪੜ੍ਹੇ ਵੀ ਹੋ, ਉਹਨਾਂ ਨੂੰ ਕੀ ਮੈਸੇਜ ਦਿੰਦੇ ਹੋ ਕਿ ਜਿਹੜੇ ਨੌਜਵਾਨ ਅੱਜ ਵੀ ਘਰ ਬੈਠੇ ਨੇ ਪੜ੍ਹ ਲਿਖ ਕੇ? वो जो करना चाहे अपनी मर्जी से करेंगे। अब हम उनको अगर मैसेज देते हैं तो वो कोई माने कोई ना माने, हमारा मैसेज देना क्या फ़र्क पड़ता है उनको। ਬਿਲਕੁਲ। ਅੱਛਾ, ਜੇਕਰ ਗੱਲ ਕੀਤੀ ਜਾਵੇ ਤਾਂ ਗੁਜ਼ਾਰਾ ਚੰਗਾ ਹੋ ਜਾਂਦਾ ਨਾ ਘਰ ਦਾ? हाँ, हो ही जाता है। हम लोग मेहनत करते हैं, मेहनत करके काम करते हैं, हो जाता है। ਕਦੇ ਮੰਮੀ ਡੈਡੀ ਨੇ ਨਹੀਂ ਕਦੀ ਮਨਾ ਕੀਤਾ ਕਿ ਵੇਖ ਬੱਚੀ ਜਿੱਥੇ ਵਿਆਹੀ ਗਈ ਆ ਉੱਥੇ ਜਾ ਕੇ ਅੱਜ ਇੰਨਾ ਪੜ੍ਹ ਲਿਖ ਕੇ ਵੀ ਬਰਤਨ ਸਾਫ਼ ਕਰਦੀ ਪਈ ਆ? ਹੁਣ ਦੀਪਕ ਨੇ ਦੱਸਿਆ ਉਹਨਾਂ ਦੀ ਸਿਸਟਰ ਬ੍ਰਦਰ ਵੀ ਜੌਬ ਕਰਦੇ ਨੇ, ਗਵਰਨਮੈਂਟ ਜੌਬ ਕਰਦੇ ਨੇ, ਤੁਹਾਡੇ ਘਰ 'ਚ ਵੀ ਕੋਈ ਜੌਬ ਕਰਦਾ ਗਵਰਨਮੈਂਟ? नहीं, हमारा बैकग्राउंड बिजनेस का है, सब बाहर ही बिजनेस करते हैं। ਬਿਲਕੁਲ ਜੀ, ਭੈਣ ਸੀ ਸਾਡੇ ਨਾਲ ਦੇ ਨਾਲ ਦੀ ਨਾਲ ਦੀਪਕ ਸੀ ਜਿਨ੍ਹਾਂ ਨੇ ਦੱਸਿਆ ਵਾ ਕਿ ਮਿਹਨਤ ਕਰਨ 'ਚ ਕਿਸੇ ਤਰ੍ਹਾਂ ਦੀ ਸ਼ਰਮ ਨਹੀਂ। ਜੇਕਰ ਅੱਜ ਪੜ੍ਹ ਲਿਖ ਕੇ ਮਿਹਨਤ ਕਰਦੇ ਪਏ ਨੇ, ਆਪਣੇ ਪਰਿਵਾਰ ਨੂੰ ਚਲਾਉਂਦੇ ਪਏ ਨੇ ਤੇ ਇੱਕ ਵਧੀਆ ਢੰਗ ਨਾਲ ਜ਼ਿੰਦਗੀ ਜੀ ਰਹੇ ਨੇ। ਜੇਕਰ ਅੱਜ ਮੁਸ਼ਕਲਾਂ ਵਾ ਤਾਂ ਕੱਲ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਬਾਹਰ ਵੀ ਨਿਕਲਣਗੇ, ਇਸ ਲਾਈਫ ਦੇ ਸੰਘਰਸ਼ ਦੇ ਵਿੱਚੋਂ ਬਾਹਰ ਵੀ ਨਿਕਲਣਗੇ ਤੇ ਇੱਕ ਚੰਗਾ ਆਪਣਾ ਬਿਜ਼ਨਸ ਜਿਹੜਾ ਉਹ ਇੱਕ ਖੜਾ ਕਰਨਗੇ। ਸੋ ਜਿਸ ਦਿਨ ਚੱਲਦਿਆਂ ਉਹ ਲਗਾਤਾਰ ਮਿਹਨਤ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਹਨਤ ਇਹਨਾਂ ਦੀ ਜਾਰੀ ਰਹੇਗੀ। ਕੈਮਰਾਮੈਨ ਬੰਟੀ ਦੇ ਨਾਲ ਜਤਿੰਦਰ ਕੁੰਡਲ, ਪੰਜਾਬ ਨਿਊਜ਼, ਗੁਰਦਾਸਪੁਰ।